नहीं चलो तो सलाह दो बारी उठे भी आ मिनिस्टर, वो तो सलाह कर लेंगे, फोन से सलाह हो जाती आ। तो जो इन्हों के हाई लैवल कमेटी आ, सानू तो लगता अमित शाह जहाँ होर जिन्होंने फैसले लेने आ, क्योंकि जिस दिन वो नेड़े गल होगी उस दिन तो असीं ये भी कह के आए हैं, कुट के गोली मार के भजा दो। 30 बैठे हैं, 32-35 मारो गोलियां। लड़कियां असीं छड्ड दित्तियां, लड़कियां जिहड़ियां असीं वो छड्डियां क्यों? वो मजबूरी सी, क्योंकि असीं ये नहीं वेखना कि ये लड़की का किरदार की है, असीं ये वेखना कि एक लड़की है। वो गल सारी अज मंत्री नूं दसदी आ कि मंत्री साहब जे इस तुसीं लंबा चला रहे हो, लंबा चलाउण दे नाल ये जिहड़े शरारती अंतर तुसीं भेजे। भी मन जिहड़ा है बड़ा चंचल है, मन बंदे दा कंट्रोल च नहीं हुंदा, वो कदी किसे पासे कदी किसे पासे, ते इहदे मन चों ते पता नहीं निकलना ही की है। मिलती है तो एक तरीक 5 मीटिंगां होईयां ने लगातार, मिलती है तो एक तरीक ते किसान नुमाइंदे ने मौन धारण कर लेंदे ने ते एक चीज़ के उत्ते लिख लेंदे ने यैसियां नूं। तस्वीरां राही देख सकते हो तुसीं, मौन धारण किया जाता है तो यैसिया नो लिखा जाता है, तो हमेशा मिलती है तो तरीक मिलती है। किस तरह देखते हो? 5 बारी मीटिंगां हो चुकियां ने, क्योंकि मीटिंगां तो सानू करनियां ही पैणियां ने, ते जे सरकार सददी है मीटिंगां राही ही मसले जिहड़े आ हल हुंदे ने। सानू अज भी बड़ी काफ़ी उम्मीद असीं ला के गए सी भी सरकार ने भी सानू उस दिन भी कहा सी भी तुहाडा मसला हल कर देवांगे। उस दिन भी सानू ये कहा सी कानून जिहड़े ने ਪਹਿਲਾਂ ਤਾਂ ਕਹੀ ਗਏ ਕਾਨੂੰਨ ਇਹ बड़े चंगे आ साडे, चल पर पिछली मीटिंग 'ਚ ਮੰਨ ਗਏ ਸੀ ਵੀ ਕਾਨੂੰਨਾਂ ਦੇ ਵਿੱਚ ਸਾਡਾ ਵੱਡਾ ਨੁਕਸ ਆ, ਅਸੀਂ ਨੁਕਸ ਗਿਣਾਤੇ ਸੀ। ਉਹ ਕਹਿੰਦੇ ਸੀ ਨੁਕਸ ਦੂਰ ਕਰ ਦੇਵਾਂਗੇ, ਜਿਵੇਂ ਤੁਸੀਂ ਕਹੋ ਕਰ ਦੇਵਾਂਗੇ, ਕਾਨੂੰਨ ਬਣਾ ਦਾਂਗੇ MSP ਤੇ ਵੀ ਇਹ ਨੁਕਸ ਦੂਰ ਕਰ ਦਾਂਗੇ। ਤੇ ਸਾਨੂੰ ਵੀ ਅੱਜ ਪੂਰਾ ਸੀਗਾ ਆਸ ਸੀ ਵੀ ਅੱਜ ਕੁਛ ਨਾ ਕੁਛ ਗੱਲ ਸਾਡੀ ਬਣ ਜੂ। ਪਰ ਫਿਰ ਸਾਨੂੰ ਜਦ ਅਸੀਂ ਮੀਟਿੰਗ ਸ਼ੁਰੂ ਕੀਤੀ 2:30-3 ਵਜੇ ਤਾਂ ਉਹੀ ਫਿਰ ਗਿਣਾਉਣ ਲੱਗ ਗਏ ਵੀ ਆਪਾਂ ਦੁਬਾਰਾ ਇਹ ਤੇ ਡਿਸਕਸ ਕਰ ਲਈਏ, ਜਿਹੜੇ ਨੁਕਸ ਨੇ ਤੁਹਾਡੇ ਨੁਕਸ ਕੱਢ ਦਿੰਦੇ ਆ, ਇਹ ਜਿਹੜੇ ਨੁਕਸ ਤੁਸੀਂ ਦੂਰ ਕਰਾਉਣੇ ਜਿੰਨੇ ਇਹ 'ਚ ਨੁਕਸ਼ਾ ਸੀ ਕੱਢ ਦਿੰਦੇ ਆ। ਮੰਡੀ ਟੁੱਟੂਗੀ, ਜੇ SDM ਵਾਲੀ ਜਿਹੜੀ ਪਾਵਰ ਆ ਉਹ ਕੋਰਟ ਕੋ ਚਲੇ ਜਾਊਗੀ, ਜੇ ਪੈਨ ਕਾਰਡ ਤੇ ਕੋਈ ਖਰੀਦ ਨਹੀਂ ਕਰੂ ਉਹ ਪੱਕੀ ਮੰਡੀ 'ਚ ਵੀ ਬੰਦਾ ਲਾਇਸੈਂਸ ਧਾਰ ਕੇ ਖਰੀਦ ਕਰੂਗਾ। ਇਹੋ ਜਿਹੀਆਂ ਗੱਲਾਂ ਸ਼ੁਰੂ ਕਰਤੀਆਂ। ਅਸੀਂ ਥੋੜ੍ਹਾ ਚਿਰ ਸੁਣੀਆਂ ਗੱਲਾਂ, ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਗੱਲਾਂ ਦਾ ਫਾਇਦਾ ਨਹੀਂ, ਇਹ ਸਾਨੂੰ ਪਤਾ, ਆਪਾਂ ਇਹ ਗੱਲਾਂ ਬਹੁਤ ਮੀਟਿੰਗਾਂ 'ਚ ਕਰ ਲਈਆਂ। ਤੇ ਉਹਨਾਂ ਨੇ ਫਿਰ ਹਟੇ ਤਾਂ ਨਾ, ਤਾਂ ਅਸੀਂ ਚੁੱਪ ਕਰਕੇ ਮੌਨ ਧਾਰ ਲਿਆ। ਤੇ ਮੌਨ ਧਾਰ ਕੇ ਅਸੀਂ ਚੁੱਪ ਕਰਕੇ ਬੈਠ ਗਏ ਵੀ ਬੋਲੀ ਚਲੋ ਅਸੀਂ ਸੁਣੀ ਜਾਂਦੇ ਹਾਂ, ਕਿਉਂਕਿ ਅਸੀਂ ਨਹੀਂ ਸੀ ਚਾਹੁੰਦੇ ਵੀ ਇਹ ਮੀਟਿੰਗ ਦਾ ਬਾਈਕਾਟ ਹੋਵੇ, ਵੀ ਕਿਸਾਨਾਂ ਸਿਰ ਲੱਗੇ ਵੀ ਇਹ ਕਿਸਾਨ ਬਾਈਕਾਟ ਕਰਕੇ ਚਲੇ ਗਏ ਨੇ, ਮੀਟਿੰਗ ਵਿੱਚ ਛੱਡ ਕੇ ਚਲੇ ਗਏ ਨੇ। ਵਾਕਆਊਟ ਕੀਤਾ ਗਿਆ ਸੀਗਾ ਕਿਸਾਨਾਂ ਵੱਲੋਂ? ਨਹੀਂ, ਅਸੀਂ ਖਾਣਾ ਖਾਣ ਵੀ ਗਏ ਇੱਕ ਵਾਰੀ, ਤੇ ਇੱਕ ਵਾਰੀ ਕਿਹਾ ਗਿਆ ਅਸੀਂ ਕੀਤਾ, ਫਿਰ ਅਸੀਂ ਰੋਕਤਾ ਵੀ ਨਹੀਂ ਵਾਕਆਊਟ ਨਾਲੋਂ ਮੌਨ ਧਾਰ ਲਓ, ਕਿਉਂਕਿ ਇਹ ਤਾਂ ਚਾਹੁੰਦੇ ਆ ਵੀ ਵਾਕਆਊਟ ਕਰਨ ਸਾਡੇ ਜੁਮੇ ਲੱਗ ਜਾਵੇ, ਇਹ ਗੱਲ ਨਹੀਂ ਕਰਕੇ ਆਏ ਕਿਸਾਨ ਚੰਗੀ ਤਰ੍ਹਾਂ। ਅਸੀਂ ਕਿਹਾ ਤੁਸੀਂ ਦੱਸੋ, ਤੁਸੀਂ ਸਾਨੂੰ ਹਾਂ ਜਾਂ ਨਾ ਦੱਸੋ। ਉਹ ਕਿਸੇ ਗੱਲ ਤੇ ਨਹੀਂ ਸੀ ਆਉਂਦੇ। ਫਿਰ ਅਸੀਂ ਫਾਈਲਾਂ ਦੇ ਉੱਪਰ ਯੈਸ ਜਾਂ ਨੋ ਲਿਖ ਕੇ ਬੈਠ ਗਏ ਬਈ ਸਾਨੂੰ ਤੁਸੀਂ ਯੈਸ ਜਾਂ ਨੋ ਕਰ ਦਿਓ, ਅਸੀਂ ਚਲੇ ਜਾਣਾ, ਅਸੀਂ ਬੋਲਣਾ ਨਹੀਂ। ਤੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਬ੍ਰੇਕ ਲਈ ਗਈ। ਬ੍ਰੇਕ ਲੈ ਕੇ ਸਾਡੇ ਕੋਲ ਮਿਨਿਸਟਰ ਸਾਹਿਬਾਨ ਸੋਮ ਪ੍ਰਕਾਸ਼ ਜੀ ਜਿਹੜੇ ਪੰਜਾਬ ਤੋਂ ਮਿਨਿਸਟਰ ਨੇ, ਉਹ ਵੀ ਸਾਡੇ ਕੋਲ ਆਏ ਵੀ ਮੈਂ ਪੰਜਾਬ ਦਾ, ਉਹਨਾਂ ਨੇ ਸਾਨੂੰ ਇਹ ਗੱਲਾਂ ਵੀ ਕੀਤੀਆਂ, ਸ਼ੇਅਰ ਵੀ ਸੁਣਾਏ 1-2, ਤੇ ਵੀ ਤੁਸੀਂ ਮੰਨੋ ਅਸੀਂ ਭਲਾ ਚਾਹੁੰਦੇ ਹਾਂ। ਅਸੀਂ ਵੀ ਉਹਨਾਂ ਨੂੰ ਕਿਹਾ ਵੀ ਜੇ ਭਲਾ ਚਾਹੁੰਦੇ ਹਾਂ ਤਾਂ ਚੱਲੋ ਸਾਡੇ ਨਾਲ, ਛੱਡ ਦਿਓ ਇਹਨੂੰ, ਮਾਰੋ ਲੱਤ ਮਿਨਿਸਟਰੀ ਨੂੰ, ਫੁੱਲਾਂ 'ਚ ਬਿਠਾ ਕੇ ਲੈ ਜਾਵਾਂਗੇ ਤੁਹਾਨੂੰ ਪੰਜਾਬ ਦੇ ਵਿੱਚ, ਫਿਰ ਤੈਨੂੰ ਮਿਨਿਸਟਰੀਆਂ ਦਵਾ ਦਾਂਗੇ, ਤੁਸੀਂ ਦੇਖੋ ਲੋਕ ਹੀਰੋ ਬਣਾ ਦੇਣਗੇ ਤੁਹਾਨੂੰ, ਤੇ ਨਾਲ ਇਹ ਸਰਕਾਰ ਦਬ ਜੂਗੀ, ਸਾਡਾ ਮਸਲਾ ਹੱਲ ਹੋ ਜੂ। ਤੇ ਉਹ ਸਾਨੂੰ ਸਮਝਾਉਣ ਆਏ ਸੀ, ਅਸੀਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਕੇ ਉਹਨਾਂ ਨੂੰ ਫਿਰ ਤੋਰਤਾ। ਤੇ ਅਸੀਂ ਫਿਰ ਬੈਠੇ ਰਹੇ, ਤੇ ਫਿਰ ਕਹਿੰਦੇ ਵੀ ਚਲੋ ਅਸੀਂ ਸਲਾਹ ਕੀਤੀ ਆ ਵੀ ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ, ਅਸੀਂ ਬਾਕੀ ਮਿਨਿਸਟਰੀਆਂ ਜਾਂ ਬਾਕੀਆਂ ਨਾਲ ਵੀ ਪੂਰੀ ਰਾਏ ਕਰਨੀ ਆ। ਸੀਗਾ ਵੀ ਆਪਦੀ ਚੰਗੀ ਤਰ੍ਹਾਂ ਰਾਏ ਕਰ ਲਓ, ਭਾਵੇਂ ਦਿਨ ਵੱਧ ਲੈ ਲਓ। 7 ਤਰੀਕ ਸਾਨੂੰ ਉਹ ਦਿੰਦੇ ਸੀ, ਅਸੀਂ ਕਿਹਾ ਫਿਰ ਨਾ ਕਹੋ ਵੀ 7 ਨੂੰ ਸਾਡੀ ਰਾਏ ਨਹੀਂ ਹੋਈ, ਤੁਸੀਂ ਦਿਨ ਹੋਰ ਵੱਧ ਲੈ ਸਕਦੇ ਹੋ, ਵੀ ਕੱਲ੍ਹ ਨੂੰ ਸੰਡੇ ਆ, ਵੀ ਫਿਰ ਤੁਸੀਂ ਕਹੋ ਛੁੱਟੀ ਆ ਗਈ ਸੀ, ਅਸੀਂ ਰਾਏ ਨਹੀਂ ਲਈ ਗਈ। ਤੇ ਫਿਰ ਕਹਿੰਦੇ ਸੀ 8, ਅਸੀਂ 8 ਤਾਂ ਸਾਡਾ ਭਾਰਤ ਬੰਦ ਆ, ਅਸੀਂ ਤਾਂ ਭਾਰਤ ਬੰਦ ਕਰਨਾ, 8 'ਚ ਅਸੀਂ ਬਾਹਰ ਨਹੀਂ ਨਿਕਲਣਾ, ਤੁਸੀਂ 9 ਕਰ ਲਓ। ਅਸੀਂ ਕਿਹਾ ਫਿਰ 9 ਤਰੀਕ ਅਸੀਂ ਆਪ ਲਈ ਆ, ਟਾਈਮ ਫਿਕਸ ਹੋ ਜੂਗਾ ਕੱਲ੍ਹ ਜਾਂ ਪਰਸੋਂ ਨੂੰ,
ਜਿਹੜਾ ਟਾਈਮ ਹੋਇਆ ਉਹ ਅਸੀਂ ਟਾਈਮ ਤੇ ਜਾਵਾਂਗੇ। ਅਸੀਂ ਉਹਨਾਂ ਨੂੰ ਕਿਹਾ ਸਾਨੂੰ ਫੈਸਲਾ ਕਰਕੇ ਜੈਸੀ ਨੂੰ ਉਹਦਾ ਆਇਓ। ਇੱਕ ਪ੍ਰਪੋਜ਼ਲ ਵੀ ਦੇਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ ਕਿ ਭਾਜਪਾ ਵੱਲੋਂ ਜਿਹੜਾ ਪ੍ਰਪੋਜ਼ਲ ਦਿੱਤਾ ਜਾਏਗਾ ਉਹਦੇ ਵਿੱਚ तमाम ਲਿਖਿਤ ਰੂਪ ਦੇ ਵਿੱਚ ਗੱਲਾਂ ਲਿਖੀਆਂ ਜਾਣਗੀਆਂ ਅਗਲੀ ਮੀਟਿੰਗ ਬਾਰੇ। ਹਾਂ, ਅਸੀਂ ਕਿਹਾ ਵੀ ਪ੍ਰਪੋਜ਼ਲ ਬਣਾ ਕੇ ਦਿਓ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ, ਵੀ ਤੁਸੀਂ ਉਹੀ ਸੱਦ ਲੈਂਦੇ ਹੋ। ਜਿਵੇਂ ਅੱਜ ਵੀ ਸਾਨੂੰ ਉਮੀਦ ਸੀ ਵੀ ਤੁਸੀਂ ਵਾਪਸ ਲੈ ਲਓਗੇ ਤੇ ਕਿਸੇ ਦੇ ਗੱਲ ਕਰੋਗੇ, ਪਰ ਅੱਜ ਵੀ ਉਹੀ ਗੱਲਾਂ ਸੀ ਜਿਹੜੀਆਂ ਪਿਛਲੀ ਮੀਟਿੰਗ 'ਚ ਸੀਗੀਆਂ, ਕੋਈ ਨਵੀਂ ਗੱਲ ਹੈ ਨਹੀਂ ਸੀਗੀ। ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਜਿਹੜੇ ਡਿਸੀਜਨ ਮੇਕਰ ਨੇ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ, ਤਾਂ ਕਰਕੇ ਡਿਸੀਜਨ ਜਿਹੜਾ ਨਹੀਂ ਲਿੱਤਾ ਜਾ ਰਿਹਾ ਕੁਝ। ਨਹੀਂ ਚਲੋ, ਉਹ ਤਾਂ ਸਲਾਹ 2 ਵਾਰੀ ਉੱਠੇ ਵੀ ਆ ਮਿਨਿਸਟਰ, ਉਹ ਤਾਂ ਸਲਾਹ ਕਰ ਲੈਂਦੇ ਆ, ਫੋਨਾਂ ਤੇ ਸਲਾਹ ਹੋ ਜਾਂਦੀ ਆ। ਤੇ ਜੋ ਇਹਨਾਂ ਦੇ ਹਾਈ ਲੈਵਲ ਕਮੇਟੀ ਆ, ਸਾਨੂੰ ਤਾਂ ਇਹ ਲੱਗਦਾ ਅਮਿਤ ਸ਼ਾਹ ਜਾਂ ਹੋਰ ਜਿਨ੍ਹਾਂ ਨੇ ਫੈਸਲੇ ਲੈਣੇ ਆ, ਕਿਉਂਕਿ ਜਿਸ ਦਿਨ ਉਹ ਨੇੜੇ ਗੱਲ ਹੋਊਗੀ ਉਸ ਦਿਨ ਉਹ ਤਾਂ ਆ ਕੇ ਫੈਸਲੇ ਦੇ ਵਿੱਚ ਹੀ ਬੈਠਣਗੇ। ਫੈਸਲਾ ਪਹਿਲਾਂ ਸਾਨੂੰ ਮਨਾ ਕੇ ਫੈਸਲੇ ਤੇ ਲੈ ਕੇ ਆਉਣਗੇ ਤੇ ਉਸ ਦਿਨ ਉਹ ਆਉਣਗੇ। ਤੇ ਅਸੀਂ ਤਾਂ ਪੋਜ਼ਿਟਿਵ ਥਿੰਕਿੰਗ ਆ, ਨੈਗੇਟਿਵ ਨਹੀਂ ਸੋਚਦੇ। ਅਸੀਂ ਤਾਂ ਕਹਿੰਦੇ ਆ ਵੀ ਸਾਰੂ ਸੋਚ ਦੇ ਨਾਲ ਇਹ ਸਾਡਾ ਫੈਸਲਾ ਕਰਨ, ਕਿਸਾਨ ਘਰਾਂ ਨੂੰ ਜਾਣ। ਤੇ ਕਿੰਨੀ ਬਰਬਾਦੀ ਹੋ ਰਹੀ ਹੈ, ਕਿੰਨਾ ਨੁਕਸਾਨ ਹੋ ਰਿਹਾ, ਠੰਡ ਦੇ ਵਿੱਚ ਕਿਸਾਨ ਪਏ ਆ। ਫਿਰ ਇੱਕ ਸਾਨੂੰ ਬੇਨਤੀ ਵੀ ਕੀਤੀ ਗਈ ਵੀ 60 ਸਾਲ ਤੋਂ ਜਿਹੜੇ ਉੱਪਰ ਬਜ਼ੁਰਗ ਤੇ ਬੱਚਿਆਂ ਨੂੰ ਤੁਸੀਂ ਘਰੇ ਭੇਜ ਦਿਓ। ਅਸੀਂ ਕੀ ਕਰੀਏ, ਸਾਡੇ ਤਾਂ ਕੋਈ ਜਾਣ ਨੂੰ ਨਹੀਂ ਤਿਆਰ। ਸਾਡੇ ਤਾਂ ਬੱਚੇ ਬਜ਼ੁਰਗ ਹੋਰ ਆ ਰਹੇ ਨੇ, ਰੋਜ਼ ਟਰਾਲੀਆਂ ਭਰ ਕੇ, ਗੱਡੀਆਂ ਭਰ ਕੇ, ਬੱਸਾਂ ਲੋਕਾਂ ਨੇ ਫ੍ਰੀ ਲਾ ਦਿੱਤੀਆਂ ਨੇ ਵੀ ਜਿਹਨੇ ਜਾਣਾ ਆਉਣਾ। ਡੀਜ਼ਲ ਵੀ ਫ੍ਰੀ ਪਾ ਰਹੇ। ਹਾਂ, ਡੀਜ਼ਲ ਵੀ ਫ੍ਰੀ ਪਾ ਰਿਹਾ। ਸਾਰਿਆਂ ਜਥੇਬੰਦੀਆਂ ਦੀ, ਸਾਰੇ ਟਰਾਂਸਪੋਰਟਰਾਂ ਦੀ, ਸਾਰਿਆਂ ਦੀ ਪੂਰੀ ਸਾਨੂੰ ਸਹਾਇਤਾ ਮਿਲ ਰਹੀ ਆ। ਤੇ ਜਿਹੜਾ ਅੰਦੋਲਨ ਵੀ ਆ ਉਹ ਵੀ ਸਾਰੇ ਇੰਡੀਆ ਦਾ ਬਣ ਗਿਆ। ਅਸੀਂ ਉਹਨਾਂ ਨੂੰ ਵੀ ਗੱਲ ਕਿਹਾ, ਇਹ ਵੀ ਕਹੀ ਇੱਕ ਜਿਹੜੀ ਰਹਿ ਗਈ ਆ ਬਈ ਜਿਹੜੀਆਂ ਨੇ ਅੱਜ ਤੋਂ ਤੁਸੀਂ ਸਾਨੂੰ ਜਦ ਪਹਿਲਾਂ ਗੱਲਾਂ ਕਰਦੇ ਸੀ, ਸਾਡੇ ਕੋਈ ਪੰਜਾਬ ਦਾ ਅੰਦੋਲਨ ਸੀ, ਉਦੋਂ ਅਸੀਂ ਇਹਦੀ ਜਿਹੜੀ ਸੀਗੀ ਅਜੇ ਵਾਪਸੀ ਦੀ ਐਡੀ ਗੱਲ ਨਹੀਂ ਸੀ ਕਰਦੇ। ਉਦੋਂ ਅਸੀਂ ਇਹ 'ਚ ਤਰਮੀਮਾਂ ਕਰਵਾ ਸਕਦੇ ਸੀ ਜੇ ਤੁਸੀਂ ਪੰਜਾਬ 'ਚ ਸਾਨੂੰ ਉਦੋਂ ਗੱਲ ਕਰ ਦਿੰਦੇ। ਉਦੋਂ ਵੀ ਤੁਸੀਂ ਸਮਝਾਈ ਗਏ ਕਾਨੂੰਨ ਨੇ ਬੜੇ ਵਧੀਆ ਨੇ, ਇਹ 'ਚ ਕੋਈ ਹੋ ਹੀ ਨਹੀਂ ਸਕਦਾ, ਇਹ ਤਾਂ ਬੜਾ ਫਾਇਦਾ ਹੋਣਾ ਤੁਹਾਡਾ। ਅਸੀਂ ਉਹ ਤਾਂ ਕਿਹਾ ਵੀ ਉਦੋਂ ਸਭ ਕੁਝ ਹੋ ਸਕਦਾ ਸੀ, ਪਰ ਹੁਣ ਕਹਾਣੀ ਅੱਗੇ ਲੰਘ ਗਈ ਆ। ਰੇਲ ਰੋਕੋ ਅੰਦੋਲਨ ਤੋਂ ਸਟਾਰਟ ਹੋਈ, ਉਸ ਤੋਂ ਬਾਅਦ ਚੱਕਾ ਜਾਮ ਹੋਇਆ, ਭਾਰਤ ਬੰਦ ਕੀਤਾ ਗਿਆ, ਉਸ ਤੋਂ ਬਾਅਦ ਮਾਲ ਗੱਡੀਆਂ ਜਿਹੜੀਆਂ ਨੇ ਰੋਕੀਆਂ ਗਈਆਂ। ਫਿਰ ਕਿਸਾਨ ਜਥੇਬੰਦੀਆਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮਾਲ ਗੱਡੀਆਂ ਆਉਣ ਦੀ ਇਜਾਜ਼ਤ ਹੈਗੀ ਹੈ, ਅਸੀਂ ਪਟਰੀਆਂ ਤੋਂ ਹਟ ਜਾਂਦੇ ਹਾਂ, ਪਰ ਮਾਲ ਗੱਡੀਆਂ ਲਈਆਂ ਜਾਣ। ਫਿਰ ਕੇਂਦਰ ਕਹਿੰਦੀ ਹੈ ਕਿ ਪੈਸੇਂਜਰ ਗੱਡੀਆਂ ਵੀ ਆਉਣਗੀਆਂ ਤਾਂ ਮਾਲ ਗੱਡੀਆਂ ਆਉਣਗੀਆਂ। ਉਦੋਂ ਵੀ ਕਿਸਾਨ ਜਥੇਬੰਦੀਆਂ ਜਿਹੜੀ ਆ ਉੱਥੋਂ ਡੇਰਾ ਚੱਕ ਕੇ ਬਾਹਰ ਆ ਕੇ ਬਹਿ ਜਾਂਦੀਆਂ ਨੇ। ਫਿਰ ਕੇਂਦਰ ਵੱਲੋਂ ਰੇਲਾਂ ਜਿਹੜੀਆਂ ਰੋਕੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਦੋਂ ਸ਼ਾਂਤੀਮਈ ਤਰੀਕੇ ਨਾਲ 2.5 ਮਹੀਨੇ ਅੰਦੋਲਨ ਚੱਲਦਾ ਹੈ, 2.5 ਮਹੀਨੇ ਬਾਅਦ ਜਿਹੜੀ ਗੱਲ ਹੁੰਦੀ ਹੈ ਦਿੱਲੀ ਕੂਚ ਕਰਨ ਵਾਲੀ, ਤੇ ਕੀ ਲੱਗਦਾ ਕਿ 2.5 ਮਹੀਨੇ ਜਦੋਂ ਕਿਸਾਨ ਸ਼ਾਂਤੀਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਸੀਗੇ ਤੇ ਸਰਕਾਰ ਨੇ ਕਿਉਂ ਨਹੀਂ ਗੱਲਾਂ ਮੰਨੀਆਂ? ਸਰਕਾਰ ਨੂੰ ਐਡੀ ਉਮੀਦ ਹੀ ਨਹੀਂ ਸੀ। ਅਸੀਂ ਕਹਿੰਦੇ ਨਲਾਇਕ ਆ ਸਰਕਾਰ ਜਿਨ੍ਹਾਂ ਦੇ ਅਫਸਰ ਜਾਂ ਇਹ ਨਹੀਂ ਦੱਸ ਸਕੇ ਵੀ ਹੁਣ 26 ਤੋਂ ਵੀ ਬੈਠੇ ਹੀ ਆ। ਹੁਣ ਇਹਨਾਂ ਨੂੰ ਪਤਾ ਹੀ ਲੱਗਦਾ, ਰੋਜ਼ ਸਾਡੀਆਂ ਗੱਲਾਂ ਵੀ ਪਤਾ ਹੀ ਆ ਵੀ ਕਿੰਨੇ ਲੋਕ ਆ ਰਹੇ ਨੇ, ਕਿੱਡੀਆਂ ਲੰਮੀਆਂ ਲਾਈਨਾਂ ਵੱਧ ਰਹੀਆਂ। ਜੇ ਇੱਕ ਬੰਦਾ ਜਾ ਰਿਹਾ ਤਾਂ 5 ਬੰਦੇ ਆ ਰਹੇ ਨੇ, ਤੇ ਉਹ ਬਦਲ ਕੇ ਆ ਰਹੇ ਆ। ਉਹ ਵੀ ਇਹ ਜਾ ਰਿਹਾ ਵੀ ਕਿਸੇ ਦਾ ਕੋਈ ਕੰਮ ਅੜਿਆ ਹੋਇਆ ਬੰਦਾ, ਫਿਰ 2 ਦਿਨ ਜਾਂਦਾ, ਕੱਪੜੇ ਧਵਾ ਕੇ ਆਪਦੇ ਕੱਪੜੇ ਚੇਂਜ ਕਰਕੇ ਜਾਂ ਕੋਈ ਕੰਮ ਕਰਕੇ ਉਹ ਫਿਰ ਵਾਪਸ ਆ ਜਾਂਦਾ। ਸਾਡੇ ਤਾਂ ਅਸੀਂ ਕੱਲ ਬੱਚੇ ਸਾਡੇ ਨਾਲ ਦੇ ਸੀਗੇ, ਉਹਦਾ ਬੇਟਾ ਵੀ ਆਇਆ ਹੋਇਆ ਸੀ। ਉਹ ਕਹਿੰਦਾ ਤੂੰ ਜਾ, ਵਾਈਫ ਕੱਲੀ ਆ, ਖੇਤ 'ਚ ਘਰ ਆ। ਤੇ ਉਹ ਬੱਚਾ ਜਾਣ ਨੂੰ ਨਹੀਂ ਤਿਆਰ ਸੀ। ਉਹ ਆਪਣੇ ਡੈਡੀ ਨੂੰ ਕਹਿੰਦਾ ਸੀ ਤੂੰ ਚਲੇ ਜਾ, ਮੈਂ ਤਾਂ ਇੱਥੇ ਰਹੂੰਗਾ। ਅਸੀਂ ਉਹਨੂੰ ਮਸਾਂ 'ਚ ਮਨਾ ਕੇ ਬੱਚਿਆਂ ਨੂੰ ਭੇਜਿਆ। ਬੱਚਿਆਂ ਵੀ ਇੱਥੇ ਹੀ ਬੈਠਣ ਨੂੰ ਤਿਆਰ ਆ। ਬਜ਼ੁਰਗ ਤਾਂ ਬੈਠੇ ਹੀ ਆ, ਸਾਡੇ 80 ਸਾਲ ਦੇ 85 ਸਾਲ ਦੇ ਬਜ਼ੁਰਗ ਸਾਡੇ ਨਾਲ ਬੈਠੇ ਆ। ਅਸੀਂ ਪੂਰੀ ਉਮੀਦ ਆ 8 ਨੂੰ ਜਿਹੜਾ ਅਸੀਂ ਪੂਰਾ ਭਾਰਤ ਬੰਦ ਕਰਾਂਗੇ। ਤੇ ਅਸੀਂ ਵੀ ਉਹ ਦਿਖਾਉਣਾ ਚਾਹੁੰਦੇ ਸੀ ਵੀ 9 ਨੂੰ ਮੀਟਿੰਗ ਵੀ ਕਿਵੇਂ ਸਾਡਾ ਅਸਰ ਹੁੰਦਾ। ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ, ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਹੁਣ ਘਰੇ ਬੈਠਣ ਦੀ ਗੱਲ ਨਹੀਂ। ਹੁਣ ਇੱਕ ਬੰਦਾ, ਹਰੇਕ ਪਰਿਵਾਰ ਦਾ, ਹਰੇਕ ਘਰ ਦਾ ਇੱਕ ਬੰਦਾ ਇੱਥੇ ਪਹੁੰਚ ਜਾਓ। 2-3 ਦਿਨ ਦੀ ਗੱਲ ਆ ਕਰੋ ਜਾਂ ਮਰੋ ਦੀ ਨੀਤੀ ਅਸੀਂ ਬੈਠੇ ਹੋਏ ਹਾਂ। ਤੇ ਅਸੀਂ ਇਹ ਵੀ ਕਹਿ ਕੇ ਆਏ ਹਾਂ, ਕੁੱਟ ਕੇ ਗੋਲੀ ਮਾਰ ਕੇ ਭਜਾ ਦਿਓ। ਆ 30 ਬੈਠੇ ਆ, 32-35 ਮਾਰੋ ਗੋਲੀਆਂ, ਨਿਮੇੜ ਦਿਓ ਕੰਮ, ਆਪੇ ਗੱਲ ਚੱਲ ਜੂਗੀ। ਤੇ ਬਾਕੀ ਬੰਦਿਆਂ ਨੂੰ ਕੁੱਟ ਕੇ ਭਜਾ ਦਿਓ। ਪਰ ਅਸੀਂ ਇਸ ਤਰ੍ਹਾਂ ਜਾਣ ਵਾਲੇ ਨਹੀਂ ਵੀ ਸ਼ਾਂਤਮਈ ਜਾਂ ਕਿਸੇ ਨਾਂ ਲਈਏ ਤੇ ਬਿਨਾਂ ਅਸੀਂ ਇਹਨਾਂ ਨੂੰ ਸੋਧਾਂ ਕਰਕੇ ਚਲੇ ਜਾਈਏ ਤੇ ਵਾਪਸ ਕਰਵਾ ਕੇ ਅਸੀਂ ਜਾਵਾਂਗੇ। ਠੀਕ ਹੈ ਜੀ, ਧੰਨਵਾਦ। ਤੇ ਲਗਾਤਾਰ ਹੋਰ ਵੀ ਕਿਸਾਨੀ ਨੁਮਾਇੰਦੇ ਇਸ ਸਮੇਂ ਬੱਸ ਦੇ ਵਿੱਚ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਕੀ ਕੁਝ ਕਹਿਣਾ ਹੈ ਕਿਸਾਨੀ ਨੁਮਾਇੰਦਿਆਂ ਦਾ। ਹਰ ਵਾਰੀ ਮਿਲਦੀ ਹੈ ਤੇ 1 ਤਰੀਕ, ਉਸ ਤੋਂ ਬਾਅਦ ਮੌਨ ਧਾਰਿਆ ਜਾਂਦਾ ਹੈ। ਕਿਸਾਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਗੱਲਾਂ ਦੋ ਯੈਸ ਜਾਂ ਨੋ, ਤੀਜੀ ਗੱਲ ਕੋਈ ਨਹੀਂ ਕੀਤੀ ਜਾਂਦੀ। ਤੇ ਉਸ ਤੋਂ ਬਾਅਦ ਵੀ 1 ਤਰੀਕ ਮਿਲਦੀ ਹੈ। ਕਿਸਾਨੀ ਨੁਮਾਇੰਦੇ ਸਾਡੇ ਨਾਲ ਨੇ, ਕਿੱਦਾਂ ਦੇਖਦੇ ਹੋ? ਹਮੇਸ਼ਾ ਤਰੀਕਾਂ ਦਿੱਤੀਆਂ ਜਾਂਦੀਆਂ ਨੇ, ਪਿਛਲੀ ਵਾਰੀ ਵੀ ਹੇਰ-ਫੇਰ ਦੀ ਗੱਲ ਕੀਤੀ ਗਈ, ਤੇ ਕਿਉਂ ਨਹੀਂ ਸਰਕਾਰ ਮੰਨ ਰਹੀ? ਕੀ ਲੱਗਦਾ ਕਿ ਜਿਹੜੇ ਡਿਸੀਜਨ ਮੇਕਰ ਨੇ ਮੀਟਿੰਗ 'ਚ ਨਹੀਂ ਆ ਰਹੇ ਤਾਂ ਨਹੀਂ ਮੰਨੀ ਜਾਂਦੀ ਹੈ? ਕਿਸ ਤਰ੍ਹਾਂ ਦੇਖਦੇ ਹੋ? ਮੈਂ ਵੇਖੋ ਕਈ ਦਿਨਾਂ ਤੋਂ ਤੁਹਾਨੂੰ ਇਹ ਗੱਲ ਕਹਿ ਰਿਹਾ
कि सरकार की नीयत ते नीति बद है, किसानां नाल हमदर्दी नहीं। वो चाहती है कि ये जिहड़ा एजीटेशन चल रहा है ये बिना दित्तियां कुछ जिहड़ा इनू खिंडा दिता जाए, इनू खुरदबुर करता जाए। जिहदी मिसाल है कि मैं 6 आदमी पढ़ के 2 तरीक रात को कुंडली थाने च अरैसट कराए ने। ਉਹਨਾਂ ਨੂੰ ਹੁਣ ਸਰਕਾਰ ਜਿਹੜੀ ਆ ਉਹ ਕਿਸ ਤਰੀਕੇ ਨਾਲ ਆਪਣੇ ਅਫਸਰਾਂ ਦੇ ਰਾਹੀਂ ਬਚਾ ਰਹੀ ਹੈ। ਇਹ ਗੱਲ ਜਦੋਂ ਅੱਜ ਵੀ ਸਾਡੀ ਜਦੋਂ ਹੋ ਰਹੀ ਸੀ ਸਰਕਾਰ ਦੇ ਨਾਲ ਤੇ ਅੰਤ ਵਿੱਚ ਜਦੋਂ ਕੋਈ ਗੱਲ ਕਿਸੇ ਪਾਸੇ ਨਾ ਲੱਗੀ ਤੇ ਮੈਂ ਇਹ ਮੰਤਰੀ ਸਾਹਿਬ ਨੂੰ ਕਹਿ ਦਿੱਤਾ ਸੀ ਕਿ ਮੰਤਰੀ ਸਾਹਿਬ ਜਿਹੜੇ 6 ਆਦਮੀ 2 ਤਰੀਕ ਨੂੰ ਅਸੀਂ ਫੜਾਏ ਨੇ ਉਹਨਾਂ ਦਾ ਜਿਹੜਾ ਅਸਲ ਮਨੋਰਥ ਸੀ ਉਹ ਇੱਥੇ ਇਸ ਸੰਘਰਸ਼ ਨੂੰ ਤਾਰਪੀਡੋ ਕਰਨਾ, ਇੱਥੇ ਸ਼ਰਾਰਤ ਕਰਨਾ, ਭਗਦੜ ਮਚਣੀ। ਜਦੋਂ ਕੋਈ ਭਗਦੜ ਮਚ ਗਈ ਤਾਂ ਉਸ ਤੋਂ ਬਾਅਦ ਲਾਠੀ ਚਾਰਜ ਤੇ ਗੋਲੀ ਚੱਲੇਗਾ। ਹਾਲਾਂਕਿ ਸਰਕਾਰਾਂ ਵੀ ਦੇਖ ਰਹੀਆਂ ਨੇ ਕਿ ਕਿਸਾਨਾਂ ਦੇ ਵਿੱਚ ਕਿੰਨੀ ਪੇਸ਼ੈਂਸ ਹੈ, ਕਿਉਂਕਿ 2.5 ਮਹੀਨੇ ਤੋਂ ਅੰਦੋਲਨ ਚੱਲ ਰਿਹਾ, ਰੇਲਾਂ ਰੋਕੋ ਦਾ ਸੱਦਾ ਦਿੱਤਾ ਗਿਆ, ਚੱਕੇ ਜਾਮ ਕੀਤੇ ਗਏ, ਉਸ ਤੋਂ ਬਾਅਦ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਪੇਸ਼ੈਂਸ ਟੈਸਟ ਹੋ ਰਹੀ ਹੈ ਕਿਸਾਨਾਂ ਦੀ। ਦੇਖੋ ਗੱਲ ਇਹ ਹੈ ਕਿ ਸਰਕਾਰ ਆਪਣੀ ਹਿਸਾਬ ਨਾਲ ਚੱਲਦੀ ਹੈ, ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ। ਪਰ ਇੱਕ ਗੱਲ ਤਾਂ ਸਪਸ਼ਟ ਹੈ ਨਾ ਕਿ ਸਰਕਾਰ ਨੂੰ ਅਸੀਂ ਇਹ ਦੱਸ ਦਿੱਤਾ ਵੀ ਤੁਹਾਡੇ ਕੋਲ ਕਿੰਨੀਆਂ ਏਜੰਸੀਆਂ ਨੇ, ਕਿੰਨਾ ਸਰਮਾਇਆ ਹੈ, ਸਭ ਕੁਝ ਅਦਾਲਤਾਂ। ਇਹ ਤਾਂ ਹੁਣ ਅਦਾਲਤਾਂ ਵੀ ਜਿਹੜੀਆਂ ਸੀ ਉਹਨਾਂ ਤੇ ਵੀ ਕੰਟਰੋਲ ਕਰ ਗਏ। ਕੋਈ ਇਹਨਾਂ ਨੇ ਕੁਛ ਨਹੀਂ, ਹੁਣ ਜਿਹੜਾ ਆਜ਼ਾਦਾਨਾ ਤੌਰ ਤੇ ਕੋਈ ਵੀ ਕੁਛ ਨਹੀਂ ਰਹਿ ਗਿਆ। ਸੋ ਅਸੀਂ ਉਹਨਾਂ ਨੂੰ ਦੱਸਤਾ ਹੈ ਵੀ ਅਸੀਂ ਐਜੀਟੇਸ਼ਨ ਜਿਹੜਾ ਹੈ ਉਹ ਕਿੰਨੇ ਪੀਸਫੁਲ ਤਰੀਕੇ ਨਾਲ ਤੇ ਕਿੰਨੇ ਸਿਸਟਮੈਟਿਕ ਢੰਗ ਨਾਲ ਚਲਾ ਰਹੇ ਹਾਂ ਅਤੇ ਸਾਡੇ ਕੋਲ ਪੈਸੇ ਦੇ ਵੀ ਕੋਈ ਸਾਧਨ ਨਹੀਂ, ਪੈਸਾ ਨਹੀਂ, ਪਰ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਹੁਣ ਤੱਕ ਲਿਆਂਦਾ ਹੈ ਉਹਨਾਂ ਨੂੰ ਵੀ ਲਿਆ ਰਹੇ ਹਾਂ। ਉਹਨਾਂ ਦੀ ਇੱਥੇ ਸਾਂਭ ਸੰਭਾਲ ਦਾ ਵੀ ਧਿਆਨ ਰੱਖ ਰਹੇ ਹਾਂ, ਸਟੇਜਾਂ ਵੀ ਚਲਾ ਰਹੇ ਹਾਂ, ਸਰਕਾਰ ਨਾਲ ਵੀ ਗੱਲ ਕਰ ਰਹੇ ਹਾਂ। ਅਸੀਂ ਅਖਬਾਰ ਮਤਲਬ ਕਿ ਜਿਹੜਾ ਹੋਰ ਵੀ ਵੇਖਣਾ ਹੁੰਦਾ ਤੇ ਉਹਦੇ ਨਾਲ ਨਾਲ ਜਿਹੜੀਆਂ ਖੂਫੀਆ ਏਜੰਸੀਆਂ ਦਾ ਕੰਮ ਵੀ ਅਸੀਂ ਆਪ ਕਰ ਰਹੇ ਹਾਂ। ਤੁਹਾਡੇ ਸਾਹਮਣੇ ਜਿਹੜੇ 6 ਬੰਦੇ ਫੜ ਕੇ ਤੇ ਉਹ ਲੈਂਦੇ ਨੇ ਕਿਸ ਤਰ੍ਹਾਂ ਅੱਜ ਐਸਾ ਕੁੜੀਆਂ ਵੀ ਹੁੰਦੀਆਂ ਨੇ ਤਮਾਮ, ਜਦੋਂ ਆਈਡੀ ਕਾਰਡ ਉਹਨਾਂ ਦੇ ਮੰਗੇ ਜਾਂਦੇ ਆ ਤੇ ਆਈਡੀ ਕਾਰਡ ਉਹਨਾਂ ਕੋਲ ਨਹੀਂ ਹੁੰਦੇ ਤੇ ਉਹਦੇ ਵਿੱਚ ਕੁੜੀਆਂ ਵੀ ਸ਼ਾਮਿਲ ਹੁੰਦੀਆਂ ਨੇ। ਫੋਨ ਦੇ ਵਿੱਚ ਫੋਟੋਆਂ ਜਿਹੜੀਆਂ ਲਿੱਤੀਆਂ ਜਾਂਦੀਆਂ ਨੇ, ਔਰ ਕੀ ਕੁਝ ਕੀਤਾ ਜਾਂਦਾ। ਦੇਖੋ ਤੁਸੀਂ ਵੇਖਿਆ ਸੀ ਲੜਕੀਆਂ ਅਸੀਂ ਛੱਡ ਦਿੱਤੀਆਂ। ਲੜਕੀਆਂ ਜਿਹੜੀਆਂ ਸੀ ਉਹ ਛੱਡੀਆਂ ਕਿਉਂ? ਉਹ ਮਜਬੂਰੀ ਸੀ, ਕਿਉਂਕਿ ਅਸੀਂ ਇਹ ਨਹੀਂ ਵੇਖਣਾ ਕਿ ਇਹ ਲੜਕੀ ਦਾ ਕਿਰਦਾਰ ਕੀ ਹੈ, ਅਸੀਂ ਇਹ ਵੇਖਣਾ ਕਿ ਇੱਕ ਲੜਕੀ ਆ ਤੇ ਉਹ ਕਿਸੇ ਦੀ ਧੀ ਆ, ਕਿਸੇ ਦੀ ਭੈਣ ਹੈ। ਜੇ ਇੱਥੇ ਉਹ ਠੀਕ ਹੈ ਕਿ ਇਹ ਬਹਿਕਾਵੇ 'ਚ ਆ ਕੇ ਉਮਰ ਦਾ ਤਕਾਜ਼ਾ ਹੈ, ਜੇ ਉਹ ਗਲਤ ਪਾਸੇ ਚਲੇ ਗਈ ਆ, ਗਲਤ ਸੰਗਤ ਹੋਣ ਕਰਕੇ ਜਾਂ ਕਿਸੇ ਦੇ ਬਹਿਕਾਵੇ 'ਚ ਆ ਗਏ, ਪੈਸੇ ਦੇ ਲਾਲਚ ਵਿੱਚ ਆ ਕੇ ਉਹ ਇੱਥੇ ਗਲਤ ਕੰਮ ਕਰਨ ਵਾਸਤੇ ਆ ਗਏ, ਮੁੰਡੇ ਵੀ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੂੰ ਸਮਝਾ ਜਾ ਕੇ ਉਹਨਾਂ ਦੀ ਜਿੰਨੀ ਖਚਾਈ ਉਹ ਉਨੀ ਬੜੀ ਆ, ਉਹਨਾਂ ਨੂੰ ਮੋੜ ਦਿੱਤਾ। ਲੜਕਿਆਂ ਨੂੰ ਜਿਹੜੇ ਸੀ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਔਰ ਅੱਜ ਤੇ ਵੇਖੋ ਸਰਕਾਰ ਉਹਨਾਂ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਡਾਕੂਮੈਂਟ ਹੈ। ਉਹ ਗੱਲ ਸਾਰੀ ਅੱਜ ਮੰਤਰੀ ਨੂੰ ਦੱਸਦੀ ਆ ਕਿ ਮੰਤਰੀ ਸਾਹਿਬ ਜੇ ਇਸ ਤੁਸੀਂ ਲੰਬਾ ਚਲਾ ਰਹੇ ਹੋ, ਉਹਨੂੰ ਲੰਬਾ ਚਲਾਉਣ ਦੇ ਨਾਲ ਇਹ ਜਿਹੜੇ ਸ਼ਰਾਰਤੀ ਅੰਤਰ ਤੁਸੀਂ ਭੇਜੇ ਸਾਫ਼ ਤੌਰ ਤੇ ਕਿਹਾ ਗਿਆ। ਬਿਲਕੁਲ ਤੁਹਾਡੇ ਸਾਹਮਣੇ ਮੈਂ ਡੀਸੀ ਨੂੰ ਕਿਹਾ, ਐਸਐਸਪੀ ਨੂੰ ਕਿਹਾ, ਮੈਂ ਸਾਰਾ ਸਵੇਰੇ ਕਹਿਤਾ, ਕੱਲ ਵੀ ਸਾਰੇ ਬੰਦੇ ਬੈਠੇ ਸੀ, ਸਵੇਰੇ ਤੁਸੀਂ ਵੀ ਦੇਖ ਫਿਰ ਵੇਖ ਲਿਓ। ਮੀਟਿੰਗ ਦੇ ਵਿੱਚ ਵੀ ਚਰਚਾ ਹੋਈ। ਬਿਲਕੁਲ ਮੀਟਿੰਗ ਦੇ ਵਿੱਚ ਸਭ ਤੋਂ ਲਾਸਟ ਵਿੱਚ ਆ ਕੇ ਜਦੋਂ ਵੇਖਿਆ ਕਿ ਗੱਲ ਖਤਮ ਨਹੀਂ ਹੁੰਦੀ ਤਾਂ ਮੈਂ ਰੱਖਤੀ ਉੱਥੇ ਮੀਟਿੰਗ ਦੇ ਵਿੱਚ। ਮੈਂ ਉੱਠ ਕੇ ਆਪੇ ਗੱਲ ਕੀਤੀ ਹੈ ਕਿ ਮੰਤਰੀ ਸਾਹਿਬ ਆਇਆ, ਰਾਏ ਸਾਹਿਬ ਨੇ ਗੱਲ ਕੀਤੀ ਤੇ ਆ ਉਹ ਸਾਡੇ ਪ੍ਰਤੀ ਹਮਦਰਦੀ ਵਾਲੀ ਨਹੀਂ। ਤੁਸੀਂ ਆ ਜਿਹੜੇ ਬੰਦੇ ਇਸ ਤਰ੍ਹਾਂ ਹੈਰ ਕਰਕੇ ਤੇ ਸਾਡੇ ਲਿਆਉਂਦੇ ਜੇ, ਉਹਨਾਂ ਬੰਦਿਆਂ ਦੀ ਅਜੇ ਤੱਕ ਕੋਈ ਸ਼ਨਾਖਤ ਨਹੀਂ ਹੁੰਦੀ, ਉਹਨਾਂ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਜਿਹੜੀ ਗੱਲ ਹੈ ਕਿਤੇ ਨੂੰ ਜਾਵੇ। ਅਖੀਰ ਦੀ ਗੱਲ ਮੈਂ ਮੁੱਕਦੀ ਉਹਨਾਂ ਨੂੰ ਇਹ ਮੁਕਾਈ ਵੀ ਜੇ ਇਹ ਐਜੀਟੇਸ਼ਨ ਦੇ ਚੱਲਦਿਆਂ ਇਹਨੂੰ ਤੁਸੀਂ ਜਾਣਬੁੱਝ ਕੇ ਲੰਬਾ ਕਰ ਰਹੇ ਹੋ ਵੀ ਇਹ ਬਗੈਰ ਗੱਲਬਾਤ ਤੋਂ, ਬਗੈਰ ਕੁਝ ਕਿਸਾਨਾਂ ਨੂੰ ਦਿੱਤਿਆਂ ਇਹ ਐਜੀਟੇਸ਼ਨ ਆਪਣੇ ਆਪ ਖਤਮ ਹੋ ਜੇ ਵੀ ਇੱਥੇ ਕੋਈ ਮਾੜੀ ਮੋਟੀ ਕਿਸੇ ਸ਼ਰਾਰਤੀ ਨੇ ਕੋਈ ਸ਼ਰਾਰਤ ਕੀਤੀ, ਭਗਦੜ ਮੱਚੇਗੀ, ਜਿਸ ਤਰ੍ਹਾਂ ਫੋਰਸਾਂ ਨੇ ਉਹ ਲਾਠੀ ਚਾਰਜ ਕਰਨਗੀਆਂ, ਗੋਲੀ ਚਲਾਉਣਗੀਆਂ, ਲੋਕ ਖਿੰਡ-ਪੁੰਡ ਜਾਣਗੇ, ਚਲੇ ਜਾਣਗੇ, ਐਜੀਟੇਸ਼ਨ ਫੇਲ ਹੋ ਜਾਊ ਤੇ ਤੁਹਾਡੀ ਇਹ ਜਿਹੜੀ ਚਾਲ ਹੈ ਇਹ ਕਾਮਯਾਬ ਨਹੀਂ ਹੋਣੀ। ਉਹਦੇ ਫੜਦੇ ਪਾਸ ਅਸੀਂ ਕਰਤੀ। ਅੱਜ ਵੀ ਸਵੇਰੇ ਕਲੀਅਰ ਸੀਗਾ, ਪੁਲਿਸ ਦੀਆਂ ਟੀਮਾਂ ਤਮਾਮ ਲਾਈਆਂ ਗਈਆਂ, BSF ਲਾਈ ਗਈ, RAF ਲਾਈ ਗਈ, CRPF ਲਾਈ ਗਈ ਤੇ ਸਵੇਰੇ ਹੀ ਜਿਹੜੀ ਆ ਸਿਕਿਉਰਿਟੀ ਜਿਹੜੀ बढ़ाई ਗਈ ਤੇ ਸਾਫ਼ ਤੌਰ ਤੇ ਤਸਵੀਰਾਂ ਜਿਹੜੀਆਂ
ਦੱਸ ਰਹੀਆਂ ਸੀਗੀਆਂ ਕਿ ਅੱਜ ਜਿਹੜਾ ਇਸ ਦਾ ਹੱਲ ਜਿਹੜਾ ਕਿਸਾਨਾਂ ਦੇ ਪੱਖ ਵਿੱਚ ਨਹੀਂ ਹੁੰਦਾ ਦਿਖਾਈ ਦੇ ਰਿਹਾ। ਦੇਖੋ ਇਹ ਪਤਾ ਹੀ ਸੀ, ਮੈਂ ਤਾਂ ਪਹਿਲਾਂ ਕਹਿ ਰਿਹਾ ਸਾਂ ਕਿ ਇਸ ਦੇਸ਼ ਦਾ ਜਿਹੜਾ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ, ਸਾਨੂੰ ਇਸ ਚੀਜ਼ ਦੀ ਸਭ ਤੋਂ ਵੱਡੀ ਇਹ ਘਾਟ ਹੈ ਕਿ ਇਸ ਆਦਮੀ ਕੋਲੇ ਇਨਸਾਨੀਅਤ ਨਹੀਂ ਹੈਗੀ। ਇਹ ਨਾ ਤਾਂ ਆਪਣੀ ਪਾਰਟੀ ਦੇ ਦੂਜਿਆਂ ਨਾਲ ਤਾਂ ਗੱਲ ਕੀ ਕਰਨੀ ਹੈ, ਪਾਰਲੀਮੈਂਟ ਮੈਂਬਰ ਜਿਹੜੇ ਨੇ ਉਹਨਾਂ ਨੂੰ ਕਿਸੇ ਨੂੰ ਗੱਲ ਕਰਨ ਦਾ ਕੋਈ ਮੌਕਾ ਨਹੀਂ, ਆਪਣੀ ਪਾਰਟੀ ਨਾਲ ਕੋਈ ਸਲਾਹ ਨਹੀਂ, ਕੇਂਦਰੀ ਮੰਤਰੀ ਮੰਡਲ ਨਾਲ ਕੋਈ ਸਲਾਹ ਨਹੀਂ। ਇਹਨੇ ਉਹ ਮੇਰਾ ਤੁਸੀਂ ਪਤਾ ਨਹੀਂ ਉਹ ਬੈਨਰ ਵੇਖਿਆ ਕਿ ਨਹੀਂ, ਜਿਹੜਾ ਮੈਂ ਫਲੈਕਸ ਬੋਰਡ ਲਾਇਆ ਉਹਦੇ ਤੇ ਇੱਕ ਮੋਦੀ ਸੱਜੇ ਬੰਨੇ ਮੋਦੀ ਹੈ, ਖੱਬੇ ਬੰਨੇ ਅਮਿਤ ਸ਼ਾਹ। ਮੋਦੀ ਦੇ ਗਲ 'ਚ ਰੱਸੀ ਹੈ, ਉਹ ਅਬਾਨੀ ਦੇ ਹੱਥ 'ਚ ਹੈ। ਇੱਕ ਅਮਿਤ ਸ਼ਾਹ ਦੇ ਗਲ 'ਚ ਰੱਸੀ ਹੈ, ਉਹ ਅਡਾਨੀ ਦੇ ਹੱਥ 'ਚ ਹੈ। ਉਹ ਦੋ ਪਾਸੇ ਖਲੋਤੇ ਉਹਨਾਂ ਦੇ, ਤੇ ਫਿਰ ਉਹਨਾਂ ਦੇ ਹੱਥ 'ਚ ਡਮਰੂ ਨੇ। ਉਹ ਅਸੀਂ ਇਸ ਕਰਕੇ ਮੈਂ ਲਾਇਆ, ਮੇਰਾ ਆਪਣਾ ਆਈਡੀਆ ਸੀ ਕਿ ਜਿਸ ਅਬਾਨੀ ਤੇ ਅਡਾਨੀ ਇਹਨਾਂ ਨੂੰ ਇਸ ਤਰ੍ਹਾਂ ਨਚਾ ਰਹੇ ਨੇ ਜਿਵੇਂ ਮਦਾਰੀ ਪਿੰਡ ਦੇ ਵਿੱਚ ਆਉਂਦਾ ਤੇ ਉਹਦੇ ਇੱਕ ਕੋਲ ਬਾਂਦਰ ਹੁੰਦਾ, ਇੱਕ ਰਿੱਛ ਹੁੰਦਾ, ਉਹਨਾਂ ਨੂੰ ਉਹ ਨਚਾਉਂਦਾ, ਉਸੇ ਤਰ੍ਹਾਂ ਉਹ ਨੱਚਦੇ ਆ ਉਹ ਆਪਣੇ। ਇਹ ਜਿਹੜੇ ਅੱਜ ਇਸ ਟਾਈਮ ਤੇ ਇਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਇਹਦੇ ਵਿੱਚ ਇਨਸਾਨੀਅਤ ਨਹੀਂ। ਇਹ ਕੀ ਕਹਿੰਦਾ ਮਨ ਕੀ ਬਾਤ, ਇਹਦੇ 'ਚ ਦਿਲ ਨਹੀਂ ਆ, ਦਿਲ ਦੀ ਬਾਤ ਨਹੀਂ ਕਰਦਾ। ਦਿਲ ਦੇ ਵਿੱਚ ਕਈ ਤਰ੍ਹਾਂ ਦੀਆਂ ਹੁੰਦੀਆਂ, ਹਮਦਰਦੀ ਵੀ ਹੁੰਦੀ ਆ, ਸਭ ਕੁਝ ਹੁੰਦਾ। ਮਨ ਜਿਹੜਾ ਇਹ ਬੜਾ ਚੰਚਲ ਹੈ। ਆਪਾਂ ਕਹਿੰਦੇ ਨੇ ਇਹਦਾ ਮਨ ਨਹੀਂ ਖਲੋਂਦਾ, ਮਨ ਭੜਕਦਾ ਫਿਰਦਾ। ਇੱਕ ਵਾਰੀ ਮੈਂ ਕਹੂੰਗਾ ਆਪਣੇ ਕੈਮਰਾ ਪਰਸਨ ਨੂੰ ਕੋਈ ਵੀ ਫੋਨ ਥੋੜਾ ਨਾ ਹਿਲਾਇਆ ਜਾਏ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਤੇ ਅੰਬਾਨੀ ਹੈ ਤੇ ਅਡਾਨੀ ਹੈ, ਵਿੱਚ ਇੱਕ ਤਰਫ ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ, ਦੂਜੀ ਤਰਫ ਅਮਿਤ ਸ਼ਾਹ ਨੇ। ਤੇ ਕਿਤੇ ਨਾ ਕਿਤੇ ਕੱਲ ਵੀ ਅਸੀਂ ਗੱਲਬਾਤ ਕੀਤੀ ਕਿਸਾਨੀ ਨੁਮਾਇੰਦਿਆਂ ਨਾਲ, ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਇੱਕ ਡਿਸੀਜਨ ਮੇਕਰ ਨੇ ਨਾ ਤੇ ਪ੍ਰਧਾਨ ਮੰਤਰੀ ਨੇ ਨਾ ਗ੍ਰਹਿ ਮੰਤਰੀ ਨੇ, ਡਿਸੀਜਨ ਮੇਕਰ ਨੇ ਅੰਬਾਨੀ ਅਡਾਨੀ। ਤੇ ਤੁਸੀਂ ਵੀ ਇਹ ਗੱਲ ਕੀਤੀ ਹੈ, ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੰਬਾਨੀ ਅਡਾਨੀ ਨਾਲ ਨਹੀਂ, ਫਿਰ ਤੁਹਾਨੂੰ ਅੰਬਾਨੀ ਅਡਾਨੀ ਨਾਲ ਮੀਟਿੰਗ ਕਰਨੀ ਚਾਹੀਦੀ ਹੈ? ਅੰਬਾਨੀ ਅਡਾਨੀ ਜਿਹੜੇ ਸਾਰਾ ਕੁਝ ਲੈ ਰਹੇ ਨੇ, ਪਰ ਵੇਖੋ ਨਾ ਅੰਬਾਨੀ ਅਡਾਨੀ ਨਾਲ ਤਾਂ ਹੀ ਗੱਲ ਹੈ ਨਾ, ਪਰ ਅਸਲ ਤਾਂ ਗੱਲ ਫਿਰ ਇੱਥੇ ਹੀ ਆਈ ਨਾ। ਸੋ ਜਿਹੜਾ ਮੈਂ ਗੱਲ ਕਰ ਰਿਹਾ ਸਾਂ ਕਿ ਜਿਹੜਾ ਮਨ ਆ ਨਾ, ਮਨ ਨੂੰ ਬੜਾ ਚੰਚਲ ਗਿਣਿਆ ਗਿਆ ਵੀ ਮਨ ਜਿਹੜਾ ਹੈ ਬੜਾ ਚੰਚਲ ਹੈ। ਮਨ ਬੰਦੇ ਦਾ ਕੰਟਰੋਲ 'ਚ ਨਹੀਂ ਹੁੰਦਾ, ਉਹ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਤੇ ਇਹਦੇ ਮਨ 'ਚੋਂ ਤੇ ਪਤਾ ਨਹੀਂ ਨਿਕਲਣਾ ਹੀ ਕੀ ਹੈ। ਇਸ ਕਰਕੇ ਇਹ ਲੋਕਾਂ ਦੇ ਦਿਲ ਦੀ ਗੱਲ ਜਿਹੜੀ ਆ ਨਹੀਂ ਸਮਝ ਸਕਦਾ। ਕੱਲ ਵੀ ਗੱਲਬਾਤ ਕੀਤੀ ਗਈ ਸੀਗੀ, ਕੱਲ ਵੀ ਕਿਸਾਨੀ ਨੁਮਾਇੰਦੇ ਨੇ ਦੱਸਿਆ ਕਿ ਅਗਰ ਮੀਟਿੰਗ ਦਾ ਹੱਲ ਚਾਹੀਦਾ ਹੈ ਤੇ ਨਰਿੰਦਰ ਮੋਦੀ ਨਾਲ ਨਹੀਂ, ਅਮਿਤ ਸ਼ਾਹ ਨਹੀਂ, ਅੰਬਾਨੀ ਅਡਾਨੀ ਨਾਲ ਮੀਟਿੰਗ ਕਰੋ, ਸ਼ਾਮ ਤੱਕ ਹੱਲ ਆ ਜਾਊਗਾ। ਦੇਖੋ ਇਲੈਕਟਡ ਬੋਡੀ ਨੇ, ਇਲੈਕਟਡ ਬੋਡੀ ਤਾਂ ਇਹ ਨੇ ਨਾ, ਬੇਸ਼ੱਕ ਅੰਬਾਨੀ ਅਡਾਨੀ ਨੇ, ਪਰ ਇਲੈਕਟਡ ਬੋਡੀ ਕੌਣ ਹੈ? ਉਹ ਤਾਂ ਮੋਦੀ ਤੇ ਅਮਿਤ ਸ਼ਾਹ ਹੀ ਨੇ ਨਾ। ਇਸ ਕਰਕੇ ਪਰ ਉਹਨਾਂ ਦੇ ਗੱਲ 'ਚ ਆ ਤੁਹਾਨੂੰ ਵਿਖਾਈਆਂ ਨੇ ਕਿ ਰੱਸੀਆਂ ਨੇ, ਉਹ ਰੱਸੀਆਂ ਅੰਬਾਨੀ ਅਡਾਨੀਆਂ ਨੇ, ਪਰ ਅਸੀਂ ਗੱਲ ਅੰਬਾਨੀ ਅਡਾਨੀ ਨਾਲ ਨਹੀਂ ਕਰ ਸਕਦੇ। ਗੱਲ ਜਿਹੜੀ ਹੋਏਗੀ ਨਾ ਉਹ ਸਰਕਾਰ ਨਾਲ ਹੀ ਹੋਏਗੀ। ਇਹ ਚੱਕਰ ਹੈ। ਸਰਕਾਰ ਕਿਤੇ ਨਾ ਕਿਤੇ ਪੇਸ਼ੈਂਟ ਟੈਸਟ ਕਰ ਰਹੀ ਹੈ। ਹਾਲੇ ਭਾਰਤ ਦੇ ਵਿੱਚ ਪੂਰੇ ਭਾਰਤ ਤੋਂ ਕਿਸਾਨ ਨੁਮਾਇੰਦੇ ਆ ਚੁੱਕੇ ਨੇ, ਤੇਲੰਗਾਨਾ ਤੋਂ ਤਮਿਲਨਾਡੂ ਤੱਕ ਦੇ ਆ ਚੁੱਕੇ ਨੇ, ਗੁਜਰਾਤ ਦੇ ਆ ਚੁੱਕੇ ਨੇ, ਹਿਮਾਚਲ, ਉੱਤਰਾਖੰਡ, ਸਾਰੀ ਜਗ੍ਹਾ। ਦਿੱਲੀ ਦੇ ਵਿੱਚ ਇੱਦਾਂ ਲੱਗ ਰਿਹਾ ਕਿ ਭਾਰਤ ਇਕੱਠਾ ਹੋ ਚੁੱਕਾ ਹੈ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਕੇ ਬੋਲਦਾ, ਨਖੇਦੀ ਕਰਦਾ ਹੈ ਕਿ ਜਿਹੜੇ ਬਿੱਲ ਨੇ ਕਿਸਾਨ ਮਾਰੂ ਹੈ, ਜਨ ਮਾਰੂ ਹੈ। ਤਾਂ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੀ ਹੋਇਆ? ਦੇਖੋ ਚਲੋ ਠੀਕ ਹੈ ਜੀ, ਜਿਹੜੇ ਵੀ ਸਾਡੇ ਹੱਕ 'ਚ ਬੋਲ ਰਹੇ ਨੇ, ਪਰ ਸਾਨੂੰ ਇਹ ਆ ਕਿ ਜਿਹੜਾ ਸਾਡੇ ਦੇਸ਼ ਦਾ ਮਸਲਾ ਹੈ, ਅਸੀਂ ਇੱਥੇ ਇਹਨੂੰ ਗੱਲ ਕਰਦੇ ਹਾਂ, ਇਹਨੂੰ ਆਪਣੇ ਦੇਸ਼ ਦੀ ਰਈਅਤ ਨੇ ਇਹਨੂੰ ਇੱਕ ਜ਼ਿੰਮੇਵਾਰੀ ਸੌਂਪੀ ਹੈ। ਇਹ ਪ੍ਰਧਾਨ ਮੰਤਰੀ ਹੈ ਦੇਸ਼ ਦਾ, ਤੇ ਇਹ ਅੰਬਾਨੀਆਂ ਤੇ ਅਡਾਨੀਆਂ ਵਾਸਤੇ ਨਹੀਂ ਨਾ ਬਣਾਇਆ ਸੀ। ਸੋ ਇਸ ਵਾਸਤੇ ਇਹਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੇ ਬਾਹਰੋਂ ਸਾਨੂੰ ਸਪੋਰਟ ਕਰਦੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਦੀ ਹਮਦਰਦੀ ਤਾਂ ਸਾਡੇ ਨਾਲ ਹੈ ਨਾ। ਪਰ ਜਿਹੜਾ ਹੱਥ, ਜਿਹੜੀ ਡੋਰ ਹੈ, ਜਿਹੜਾ ਫੈਸਲਾ ਹੈ, ਉਹ ਮੋਦੀ ਨੇ ਹੀ ਕਰਨਾ ਹੈ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਬਹੁਤ। ਲਗਾਤਾਰ ਕਿਸਾਨੀ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਮੈਂ 5 ਵਜੇ ਹੀ ਹੈ ਜਿਹੜਾ ਕਲੀਅਰ ਕਰਤਾ ਸੀਗਾ ਕਿ ਅੱਜ ਦੀ ਮੀਟਿੰਗ ਦਾ ਜਿਹੜਾ ਹੱਲ ਹੈ ਨਹੀਂ ਨਿਕਲਦਾ ਦਿਖਾਈ ਦੇਊਗਾ, ਤੇ ਇੱਕ ਹੋਰ ਜਿਹੜੀ ਹੈ ਮਿਲੇਗੀ ਤਾਂ 1 ਤਰੀਕ ਮਿਲੂਗੀ, ਤੇ 9 ਤਰੀਕ ਮਿਲ ਚੁੱਕੀ ਹੈ। ਸਮਾਂ ਹਾਲੇ ਤੱਕ ਡਿਸਾਈਡ ਨਹੀਂ ਹੋਇਆ, ਤੇ ਇੱਕ ਪ੍ਰਪੋਜ਼ਲ ਹੈ ਕਿ ਕਿਸਾਨਾਂ ਨੇ ਕਿਹਾ ਕਿ ਅਗਰ 9 ਤਰੀਕ ਨੂੰ ਅਸੀਂ ਆਵਾਂਗੇ ਤਾਂ ਉਸ ਤੋਂ ਪਹਿਲਾਂ ਇੱਕ ਪ੍ਰਪੋਜ਼ਲ ਹੈ ਜਿਹੜਾ ਉਹ ਦਿੱਤਾ ਜਾਏਗਾ। ਤੇ ਹੋਰ ਵੀ ਕਿਸਾਨੀ ਨੁਮਾਇੰਦੇ ਸਾਡੇ ਨਾਲ ਨੇ, ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਮੌਜੂਦ ਨੇ, ਕਿਸਾਨ ਜਥੇਬੰਦੀ ਦੇ ਪ੍ਰਧਾਨ ਨੇ। ਦੱਸਿਆ ਜਾ ਰਿਹਾ ਸੀਗਾ ਕਿ ਅੱਜ ਫਾਈਨਲ ਮੈਚ ਹੈ, ਇਹ ਵਨਡੇ ਮੈਚ ਨੂੰ ਟੈਸਟ ਮੈਚ ਕਿਉਂ ਬਣਾਇਆ ਜਾ ਰਿਹਾ? ਕੋਈ ਗੱਲ ਨਹੀਂ ਜੀ, ਇਹ ਸਰਬ ਜਿਹੜਾ ਸਾਵਰ ਹੈ ਨਾ ਉਹਦੀ ਪਰਖ ਕਰ ਰਹੀ ਹੈ ਸਰਕਾਰ।
ਤੇ ਚਲੋ ਉਹਦੀ ਮਰਜ਼ੀ ਹੈ, ਪਰ ਅਸੀਂ ਤਾਂ ਜਿਹੜਾ ਇਹ ਆਪਣੇ ਸਾਡਾ ਇਰਾਦਾ ਹੈ, ਸਾਡਾ ਦਾਈਆ ਰੱਖਿਆ ਹੋਇਆ, ਅਸੀਂ ਤਾਂ ਉਹ ਕਰਕੇ ਜਾਵਾਂਗੇ ਪੂਰਾ ਪੱਕਾ। ਸਾਡਾ ਮਨ ਦਾ ਫੈਸਲਾ ਕਰਿਆ ਵੀ ਇਹ ਰੱਦ ਕਰਾ ਕੇ ਜਾਣਾ ਹੈ, ਰੱਦ ਕਰਾ ਕੇ ਜਾਵਾਂਗੇ। ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ, ਉਹ ਮਾੜੀਆਂ ਨੀਤੀਆਂ ਕਰਕੇ ਖਰਾਬ ਹੀ ਕਰਨ ਦਾ ਯਤਨ ਕਰ ਰਹੀ ਹੈ। ਕੋਈ ਗੱਲ ਨਹੀਂ, ਕਰ ਲੈ ਹੋਰ ਜਿਹੜਾ 2-4 ਦਿਨ। ਤੇ ਪੇਸ਼ੈਂਸ ਟੈਸਟ ਕੀਤੀ ਜਾ ਰਹੀ ਹੈ। ਕੋਈ ਗੱਲ ਨਹੀਂ ਜੀ, ਜੋ ਮਰਜ਼ੀ ਕਰ ਲਵੇ। ਮੈਂ ਤਾਂ ਤੁਹਾਨੂੰ ਇੱਕੋ ਗੱਲ ਹੀ ਦੱਸੀ ਵੀ ਜੋ ਮਰਜ਼ੀ ਕਰੀ ਜਾਵੇ। ਇਹ ਜਿਹੜੇ ਅੜ ਕੇ ਬੈਠੇ ਆ, ਕਿਸਾਨ ਨੇ, ਮਜ਼ਦੂਰ ਨੇ, ਮੁਲਾਜ਼ਮ ਨੇ, ਸਾਰੇ ਵਰਗ ਇਸ ਘੋਲ 'ਚ ਸ਼ਾਮਲ ਨੇ। ਸਾਰਿਆਂ ਦੀਆਂ ਨਿਗਾਹ ਵੀ ਇੱਥੇ ਟਿਕੀਆਂ ਹੋਈਆਂ ਨੇ। ਕੇਂਦਰ ਸਰਕਾਰ ਨੂੰ ਅਸੀਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਕਿ ਇਹ ਜਿਹੜਾ ਕਾਨੂੰਨ ਹੈ ਗਲਤ ਆ, ਇਹਨੂੰ ਵਾਪਸ ਕਰਨਾ ਪਏਗਾ। ਸਰਕਾਰ ਨੂੰ ਵਾਪਸ ਲੈਣਾ ਪਊਗਾ ਤੇ ਵਾਪਸ ਕਰਾ ਕੇ ਹੀ ਜਾਵਾਂਗੇ। ਠੀਕ ਹੈ, ਤੇ ਲੱਗਦਾ 9 ਤਰੀਕ ਨੂੰ ਹੱਲ ਨਿਕਲੂਗਾ। ਕੱਢ ਦਿਆਂਗੇ, ਜਿਵੇਂ ਤੁਸੀਂ ਜੁੜੇ ਸਾਡੇ ਨਾਲ ਜੁੜੇ ਰਹੇ, ਕੱਢ ਦਿਆਂਗੇ, ਫਿਕਰ ਨਾ ਕਰੋ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ। ਲਗਾਤਾਰ ਕਿਸਾਨੀ ਨੁਮਾਇੰਦੇ ਕਹਿ ਰਹੇ ਨੇ ਕਿ ਹੁਣ 9 ਤਰੀਕ ਤੇ ਜਿਹੜੀ ਨਜ਼ਰਾਂ ਉਹ ਜੁੜੀਆਂ ਨੇ ਤੇ ਹੁਣ 9 ਤਰੀਕ ਨੂੰ ਦੇਖਣ ਵਾਲੀ ਗੱਲ ਇਹ ਹੋਏਗੀ ਕਿ 9 ਤਰੀਕ ਨੂੰ ਕੁਝ ਇਸ ਬਿੱਲਾਂ ਨੂੰ ਲੈ ਕੇ ਰੱਦ ਕੀਤੇ ਜਾਂਦੇ ਨੇ ਜਾਂ ਨਹੀਂ, ਜਾਂ ਫਿਰ ਇੱਕ ਵਾਰੀ ਹੋਰ ਫਿਰ ਇੱਕ ਤਰੀਕ ਜਿਹੜੀ ਹੈ ਦਿੱਤੀ ਜਾਏਗੀ। ਤੇ ਹੁਣ ਕਿਸਾਨੀ ਨੁਮਾਇੰਦੇ ਨੇ ਸਾਫ਼ ਤੌਰ ਤੇ ਕਹਿਤਾ ਕਿ 9 ਤਰੀਕ ਦੀ ਮੀਟਿੰਗ 'ਚ ਅਸੀਂ ਉਦੋਂ ਹੀ ਆਵਾਂਗੇ, ਤੁਹਾਨੂੰ ਪ੍ਰਪੋਜ਼ਲ 'ਚ ਲਿਖ ਕੇ ਦਿਓ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀ ਕਰਨੀ ਹੈ। ਤੁਹਾਡਾ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਕੀ ਕਹਿਣਾ ਹੈ, ਤੁਹਾਡੇ ਮਨ ਦੀ ਗੱਲ ਕੀ ਹੈ। ਕਿਸਾਨਾਂ ਦੀ ਮਨ ਦੀ ਗੱਲ ਤੁਹਾਨੂੰ ਸੁਣਾਈ ਹੈ, ਤੁਹਾਡੇ ਮਨ ਦੀ ਗੱਲ ਕੀ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਜੈ ਵਰਮਾ, ਕੈਮਰਾ ਪਰਸਨ ਵੀਨੇ ਦੇ ਨਾਲ, ਸਾਂਝਾ ਟੀਵੀ ਦਿੱਲੀ।